वाहिगुरु साहिब जी। दंडौत बंदन अनक बार सर्ब कला समरथ। डोलन ते राखो प्रभु नानक दे कर हथ। ज्ञान ध्यान किश कर्म न जाना सार न जाना तेरी। सब ते वड्डा सतगुर नानक जिन कल राखी मेरी। सब ते वड्डा सतगुर नानक जिन कल राखी मेरी। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਦੁਨੀਆ ਦੇ ਸਭ ਤੋਂ ਵੱਡੇ ਦਾਨੀ ਸਰਵੰਸ ਦਾਨੀ, ਨੀਲੇ ਦੇ ਅਸਵਾਰ ਬਾਜਾਂ ਵਾਲੇ ਮਾਹੀ ਅੰਮ੍ਰਿਤ ਕੇ ਦਾਤੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਪਾਵਨ ਫਤਿਹ ਬੜੇ ਅਦਬ ਸਤਿਕਾਰ ਤੇ ਭਾਵਨਾ ਦੇ ਵਿੱਚ ਭਿੱਜ ਕੇ ਸਮੂਹ ਗੁਰਮੁਖਾਂ ਨੇ, ਸਮੂਹ ਸੰਗਤ ਨੇ ਫਤਿਹ ਦਾ ਜਵਾਬ ਫਤਿਹ 'ਚ ਦੇਣਾ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਯਕੀਨਨ ਹੀ ਧੰਨਤਾ ਦੇ ਯੋਗ ਹਾਂ ਜੋ ਸਤਿਗੁਰਾਂ ਦੀ ਹਜ਼ੂਰੀ ਵਿੱਚ ਆ ਕੇ ਬੈਠੇ ਹਾਂ ਔਰ ਅੱਜ ਬਹੁਤ ਵੱਡੀ ਇੱਕ ਟੀਵੀ ਤੇ ਤੁਸੀਂ ਦੇਖ ਰਹੇ ਹੋ ਕਿ ਕਿਸਾਨ ਜੋ ਬਿੱਲ ਰੌਲਾ ਪਿਆ ਹੋਇਆ ਸੀ ਉਹ ਪ੍ਰਾਈਮ ਮਿਨਿਸਟਰ ਸ੍ਰੀ ਨਰਿੰਦਰ ਮੋਦੀ ਜੀ ਨੇ ਉਹ ਤਿੰਨੇ ਬਿੱਲ ਜੋ ਉਹ ਵਾਪਸ ਲੈ ਲਏ ਨੇ ਔਰ ਇਸ ਇੱਕ ਸਾਲ ਚੱਲੇ ਹੋਏ ਸੰਘਰਸ਼ ਦੇ ਵਿੱਚ 700 ਦੇ ਕਰੀਬ ਜਿਹੜੇ ਕਿਸਾਨ ਹੈ ਉਹਨਾਂ ਦੀ ਡੈਥ ਹੋਈ ਹੈ। 700 ਬਹੁਤ ਹੁੰਦੇ ਨੇ। ਤੋ ਇਹ ਜਿਹੜੀ ਜਿੱਤ ਹੈ ਇਹ ਆਮ ਇਨਸਾਨ ਦੀ ਜਿੱਤ ਹੈ, ਇਹ ਕਿਸਾਨਾਂ ਦੀ ਜਿੱਤ ਹੈ, ਇਹ ਮਜ਼ਦੂਰਾਂ ਦੀ ਜਿੱਤ ਹੈ। ਇਹ ਮਤ ਸੋਚ ਲੈਣਾ ਕਿ ਇਹ 'ਚ ਕਿਸਾਨ ਹੀ ਸਿਰਫ ਨੁਕਸਾਨ ਹੋਣਾ ਸੀ, ਨਹੀਂ। ਕਿਸਾਨ ਆਮ ਲੋਕਾਂ ਦੇ ਨਾਲ ਫਿਰ ਵੀ ਅਮੀਰ ਹੈ। ਅਗਰ ਪੰਜਾਬ ਦੇ ਕਿਸਾਨ ਦੇ ਕੋਲ 2 ਏਕੜ ਵੀ ਜ਼ਮੀਨ ਹੈ ਨਾ ਤਾਂ ਉਸ ਦਾ ਮੁੱਲ ਜਿਹੜਾ 1 ਕਰੋੜ ਰੁਪਇਆ ਹੈ। ਬੜੇ ਧਿਆਨ ਨਾਲ ਸੁਣੋ। ਨਹੀਂ ਕੁਛ ਹੋਵੇਗਾ, ਨਹੀਂ ਮੁੱਲ ਪਵੇਗਾ, ਨਹੀਂ ਮੰਡੀਕਰਨ ਵਧੀਆ ਹੋਏਗਾ, ਕੁਛ ਨਾ ਹੋਏਗਾ, ਜ਼ਮੀਨ ਵੇਚ ਦੇਵੇਗਾ, ਫਿਰ ਵੀ ਉਹਦੀ ਜੇਬ ਦੇ ਵਿੱਚ 60-70 ਲੱਖ ਰੁਪਇਆ ਹੈ। ਲੇਕਿਨ ਆਮ ਮਜ਼ਦੂਰ ਜੋ ਸਬਜ਼ੀ, ਜੋ ਤੇਲ, ਪੈਟਰੋਲ, ਤੁਸੀਂ ਇਹ ਦੇਖਦੇ ਹੋ ਪੈਟਰੋਲ ਦਾ ਕੀ ਹਾਲ ਬਣਿਆ। ਤੋ ਇਹ ਸਭ ਕੁਛ ਜਿਹੜਾ ਸੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਮੇਰਾ ਬੇਟਾ ਹੈ ਉਹ ਕਹਿ ਰਿਹਾ ਕਿ ਮੈਂ ਕੁਛ ਖਾਣਾ, ਮੈਂ ਬਣਾ ਕੇ ਦਿੱਤਾ। ਜਿਸਨੇ ਖਾਣਾ ਉਹ ਕਹਿ ਰਿਹਾ ਮੁਝੇ ਜ਼ਰੂਰਤ ਨਹੀਂ, ਮੈਂ ਨਹੀਂ ਖਾਊਂਗਾ, ਮੁਝੇ ਅੱਛਾ ਨਹੀਂ ਲੱਗ ਰਿਹਾ, ਤਾਂ ਮੈਂ ਉਹਨੂੰ ਕਿਉਂ ਦੇਵਾਂ। ਕਿਸਾਨਾਂ ਦਾ ਖੇਤੀ ਬਿੱਲ ਹੈ, ਉਹਨਾਂ ਨੂੰ ਪਰਵਾਹ ਨਹੀਂ ਹੈ, ਤਾਂ ਸਾਨੂੰ ਅਸੀਂ ਕਿਵੇਂ ਕਹਿ ਸਕਦੇ ਹਾਂ ਇਹ ਸਹੀ ਹੈ ਇਹ ਗਲਤ ਹੈ। ਤੋ ਇਹ ਇੱਕ ਬਹੁਤ ਵੱਡੀ ਜਿੱਤ ਹੋਈ ਹੈ। ਮੈਂ ਆਪਣੇ ਵਿਸ਼ੇ ਵਾਲੇ ਪਾਸੇ ਆਵਾਂ। ਆਓ ਇੱਕ ਜਕਾਰਾ ਛੱਡੀਏ, ਬੋਲੇ ਸੋ ਨਿਹਾਲ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਮੈਂ ਸਵੇਰੇ ਵੀ ਬੇਨਤੀ ਕੀਤੀ ਸੀ, ਪੂਰੇ ਵਰਲਡ ਦੇ ਵਿੱਚ ਪੈਦਲ ਯਾਤਰਾ ਜੋ ਮਾਰਕੋ ਪੋਲੋ ਹੈ, ਇੱਕ ਕੱਪੜੇ ਦਾ ਬ੍ਰਾਂਡ, ਇਸ ਮਾਰਕੋ ਪੋਲੋ ਨੇ ਯਾਤਰਾ ਜਿਹੜੀ ਹੈ ਇਟਲੀ ਤੋਂ ਲੈ ਕੇ ਚਾਈਨਾ ਤੱਕ ਪੈਦਲ ਕੀਤੀ ਹੈ। ਇੱਕ ਸਿੱਖ ਸਾਧੀ ਹੋਏ ਨੇ, ਉਹ ਈਰਾਨ ਤੋਂ ਚੱਲੇ ਨੇ, ਇੰਡੀਆ ਦੇ ਜਗਨਨਾਥਪੁਰੀ ਤੱਕ ਉਹਨਾਂ ਨੇ ਪੈਦਲ ਯਾਤਰਾ ਕੀਤੀ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ
ਜਿਨ੍ਹਾਂ ਨੇ ਪੈਦਲ ਯਾਤਰਾ ਤਕਰੀਬਨ 9 ਕੰਟਰੀਆਂ ਦੇ ਵਿੱਚ ਕੀਤੀ ਹੈ ਸਿੱਧੇ ਤੌਰ ਤੇ। ਉਹਨਾਂ ਦੇ ਵਿੱਚ ਹਮੀਦ ਕਾਰੂ ਨਾਂ ਦਾ ਜੋ ਬਾਦਸ਼ਾਹ ਹੈ ਜਿਸ ਨੇ ਚੋਗਾ ਦਿੱਤਾ ਸੀ, ਉਹ ਅਫਰੀਕਾ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਜਾਂਦੇ ਨੇ। ਇਜਿਪਟ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਜਾਂਦੇ ਨੇ ਔਰ ਉਹਨਾਂ ਨੂੰ ਬਕਾਇਦਾ ਚੋਗਾ ਦਿੱਤਾ ਜਾਂਦਾ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਾਊਦੀ ਅਰੇਬੀਆ ਵਿੱਚ ਜਾਂਦੇ ਨੇ। ਮੱਕਾ ਔਰ ਮਦੀਨਾ ਦੋਨੋਂ ਸ਼ਹਿਰਾਂ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਹੋ ਕੇ ਆਉਂਦੇ ਨੇ। ਕਾਬੁਲ ਅਫਗਾਨਿਸਤਾਨ ਦੇ ਵਿੱਚ ਔਰ ਈਰਾਨ ਅੰਬੈਸੀ ਦੇ ਕੋਲ ਅੱਜ ਵੀ ਗੁਰਦੁਆਰਾ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਣਿਆ ਹੋਇਆ। ਢਾਕਾ ਬੰਗਲਾਦੇਸ਼, ਜਿੱਥੇ ਅੱਜ ਵੀ ਢਾਕੇ ਵਿੱਚ ਗੁਰਦੁਆਰਾ ਬੜੀ ਸੰਗਤ ਜਿਹੜੀ ਹੈ ਉਹ ਬਣਿਆ ਹੋਇਆ। ਅਜ਼ਰਬਾਈਜਾਨ ਜੋ ਸਾਡੀ ਉੱਤਰ ਵਾਲੇ ਪਾਸੇ ਹੈ, ਇੱਥੇ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਪਾਵਨ ਸਥਾਨ ਬਣਿਆ ਹੋਇਆ। ਚਾਈਨਾ ਵਿੱਚ ਨਾਨਕਿੰਗ ਸਿਟੀ ਅੱਜ ਵੀ ਮੌਜੂਦ ਹੈ, ਜਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਮੁਬਾਰਕ ਚਰਨ ਪਏ ਨੇ। ਉਸ ਤੋਂ ਇਲਾਵਾ ਤਿੱਬਤ, ਨੇਪਾਲ ਦੇ ਵਿੱਚ ਗੁਰੂ ਨਾਨਕ ਮੱਠ ਗੁਰਦੁਆਰਾ ਸਾਹਿਬ, ਜਿਹਦੇ ਨਾਂ 'ਤੇ ਬਹੁਤ ਜਾਇਦਾਦ ਹੈ, ਤੁਹਾਡੇ ਤੋਂ ਬਹੁਤ ਹੀ ਦੂਰ ਨਹੀਂ ਹੈ, 300 ਕਿਲੋਮੀਟਰ ਹੈ, ਤੁਸੀਂ ਕਦੇ ਵੀ ਜਾ ਕੇ ਦਰਸ਼ਨ ਕਰ ਸਕਦੇ ਹੋ। ਉਸ ਤੋਂ ਇਲਾਵਾ ਸਿਲੋਨ ਸ੍ਰੀਲੰਕਾ ਵਿੱਚ 2 ਗੁਰਦੁਆਰਾ ਸਾਹਿਬ ਬਣ ਚੁੱਕੇ ਨੇ, ਜਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਮੁਬਾਰਕ ਚਰਨ ਪਏ। ਸ੍ਰੀਲੰਕਾ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਗਏ, ਰਾਜਾ ਸ਼ਿਵਨਾਥ ਜਿਹੜੇ ਨੇ ਉਹਨਾਂ ਨੂੰ ਸੱਚ ਦਾ ਉਪਦੇਸ਼ ਦਿੱਤਾ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮੇਰੇ ਕਿਰਪਾਲੂ ਦਾਤਾ ਜੀ 9 ਕੰਟਰੀਆਂ ਵਿੱਚ ਜਾਂਦੇ ਨੇ ਔਰ ਇਹ ਉਸ ਵੇਲੇ ਦੀ ਸਭ ਤੋਂ ਵੱਡੀ ਪੈਦਲ ਯਾਤਰਾ ਹੈ ਜੋ ਕਿਸੇ ਵੀ ਇਨਸਾਨ ਨੇ ਉਸ ਵੇਲੇ ਤੱਕ ਪੈਦਲ ਯਾਤਰਾ ਨਹੀਂ ਕੀਤੀ ਸੀ। ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਹੈ ਜਿਨ੍ਹਾਂ ਨੇ ਉਸ ਵੇਲੇ ਗੜ ਬਗਦਾਦ ਨਵਾਇਕੈ ਮੱਕਾ ਮਦੀਨਾ ਸਭੇ ਨਿਵਾਇਆ, ਜੀਤੀ ਨੌਖੰਡ ਪ੍ਰਿਥਵੀ ਸਤਨਾਮ ਦਾ ਚੱਕਰ ਫਿਰਾਇਆ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬਗਦਾਦ ਰੇਲਵੇ ਸਟੇਸ਼ਨ ਦੇ ਉੱਤੇ 9 ਕਿਲੋਮੀਟਰ ਦੂਰੀ ਦੇ ਉੱਤੇ ਸ੍ਰੀ ਸ੍ਰੀ ਰਵੀ ਸ਼ੰਕਰ ਨੈਸ਼ਨਲ ਸੈਂਟਰ ਜੋ ਹੈ ਇੰਡੀਆ ਦੇ, ਸ੍ਰੀ ਸ੍ਰੀ ਰਵੀ ਸ਼ੰਕਰ ਜੀ ਥੋੜੇ ਹੀ 2013 ਕੀ 12 ਦੇ ਵਿੱਚ ਗਏ ਹੈ ਔਰ ਉਹਨਾਂ ਨੇ ਬਕਾਇਦਾ ਉੱਥੇ ਜਾ ਕੇ ਸੇਵਾ ਕੀਤੀ ਹੈ, ਕੁਛ ਮੁਰੰਮਤ ਕੀਤੀ ਹੈ ਸ੍ਰੀ ਸ੍ਰੀ ਰਵੀ ਸ਼ੰਕਰ ਜੀ ਨੇ। ਤੋ ਕਿੱਥੇ ਬਗਦਾਦ ਹੈ, ਕਿੱਥੇ ਮੱਕਾ, ਕਿੱਥੇ ਜ਼ਦਾ ਔਰ ਮਾਰੂਥਲ ਦੀ ਉਹ ਜ਼ਮੀਨ ਡਿਜ਼ਰਟ ਦੇ ਵਿੱਚ ਦੀ ਲੰਘ ਕੇ ਜਾਣਾ ਔਰ ਨਾ ਕੋਈ ਆਪਣਾ ਲੋਕ ਹੋਵੇ ਨਾ ਕੋਈ ਗੱਲ ਹੋਵੇ। ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਚੰਪਾਵਤ ਉੱਤਰਾਖੰਡ ਦੀ ਸਰਜ਼ਮੀਨ ਤੇ ਜਾਂਦੇ ਨੇ, ਗੁਰਦੁਆਰਾ ਰੀਠਾ ਸਾਹਿਬ, ਔਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਇਸ ਜਗ੍ਹਾ ਦੇ ਉੱਤੇ ਜਾਂਦੇ ਨੇ। ਤੋ ਇਹ ਸਭ ਤੋਂ ਵੱਡੀ ਗੱਲ ਹੈ ਕਿ ਜੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਗਨਨਾਥਪੁਰੀ ਮੰਗੂ ਮੱਠ ਜੋ ਪਿੱਛੇ ਢਾਹ ਦਿੱਤਾ ਗਿਆ ਗੌਰਮੈਂਟ ਵੱਲੋਂ, ਤੋ ਮੰਗੂ ਮੱਠ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜਿਸ ਮੁਕਾਮ ਤੇ ਜਾ ਕੇ ਠਹਿਰੇ ਸਨ ਉਹ ਮੰਗੂ ਮੱਠ ਗੁਰਦੁਆਰਾ ਸਾਹਿਬ ਸੀ। ਔਰ ਜਗਨਨਾਥਪੁਰੀ ਦੇ ਵਿੱਚ ਜਾ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜੋ ਆਰਤੀ ਕਿਵੇਂ ਉਤਾਰੀ ਹੈ, ਜੋ ਜਗ ਦਾ ਨਾਥ ਜਗਨਨਾਥ ਹੈ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉੱਥੇ ਪਹੁੰਚੇ ਨੇ। ਅੱਜ ਉੱਥੇ ਗੁਰਦੁਆਰਾ ਇੱਕ ਆਰਤੀ ਸਾਹਿਬ ਹੈ। ਮੈਂ ਫਿਰ ਬੇਨਤੀ ਕਰਨਾ ਚਾਹਾਂਗਾ, ਆਪ ਜੀ ਘੁੰਮਣ ਜਾਂਦੇ ਹੋ ਬਹੁਤ ਚੰਗੀ ਗੱਲ ਹੈ। ਇੰਡੀਆ ਵਿੱਚ ਘੁੰਮਣ ਜਾਣ ਦਾ ਮੌਕਾ ਮਿਲੇ, ਬੰਬੇ ਨਾ ਜਾਇਓ, ਗੋਆ ਨਾ ਜਾਇਓ, ਉੱਥੇ ਬਹੁਤ ਰਸ਼ ਹੁੰਦਾ ਹੈ। ਤੁਸੀਂ ਜਗਨਨਾਥਪੁਰੀ ਜਾਓ, ਜਗਨਨਾਥਪੁਰੀ ਦਾ ਪੁਰਾਣਾ ਟੈਂਪਲ ਕਿਆ ਬਾਤ ਹੈ। ਔਰ ਉੱਥੇ ਹੀ ਬਿਲਕੁਲ ਬੀਚ ਦੇ ਨਾਲ ਹੀ ਤਕਰੀਬਨ 300 ਮੀਟਰ ਦੀ ਦੂਰੀ ਤੇ, 300 ਮੀਟਰ, ਅੱਧਾ ਕਿਲੋਮੀਟਰ ਵੀ ਨਹੀਂ ਹੈ, ਉੱਥੇ ਹੀ ਲਾਈਟ ਹਾਊਸ ਦੇ ਨਾਲ ਗੁਰਦੁਆਰਾ ਆਰਤੀ ਸਾਹਿਬ ਬਣਿਆ ਹੋਇਆ। ਰੂਮ ਲੈ ਲਓ ਤੁਸੀਂ, 500 ਰੁਪਈਆ ਕਿ 300 ਰੁਪਈਆ ਰਾਤ ਦਾ ਚਾਰਜ ਹੈ, ਜੋ ਵੀ ਸੇਵਾ ਹੈ ਗੁਰਦੁਆਰਾ ਸਾਹਿਬ ਦੀ, ਕਿਉਂਕਿ ਉੱਥੇ ਬਹੁਤ ਆਰਤੀ 'ਚ ਲੋਕ ਆਉਂਦੇ ਨੇ। ਔਰ ਤੁਸੀਂ ਉੱਥੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਰਤੀ ਸਾਹਿਬ ਗੁਰਦੁਆਰਾ ਠਹਿਰ ਸਕਦੇ ਹੋ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਸ ਸਰਜ਼ਮੀਨ 'ਤੇ ਜਾ ਕੇ ਬਖਸ਼ਿਸ਼ ਕੀਤੀ, ਉੜੀਸਾ ਦੀ ਧਰਤੀ 'ਤੇ ਜਾ ਕੇ, ਜਗਨਨਾਥਪੁਰੀ ਦੀ ਧਰਤੀ 'ਤੇ ਜਾ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਪਹੁੰਚੇ ਨੇ। ਉਸ ਤੋਂ ਇਲਾਵਾ ਅਸੀਂ ਜਦੋਂ ਬੰਗਾਲ ਵਿੱਚ ਜਾਂਦੇ ਹਾਂ
ਤੇ ਬੰਗਾਲ ਦੇ ਵਿੱਚ ਜਦੋਂ ਅਸੀਂ ਖੜਗਪੁਰ ਤੋਂ ਪੁਰਨੀਆ ਲਾਈਨ ਤੇ ਅਸੀਂ ਆਉਂਦੇ ਹਾਂ ਤੇ ਉਸ ਮੁਕਾਮ ਦੇ ਉੱਤੇ ਗੁਰਦੁਆਰਾ ਸਾਹਿਬ ਹੈ ਜਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਭੂਮੀਆ ਨਾਂ ਦਾ ਜਿਹੜਾ ਚੋਰ ਸੀ, ਚੋਰੀਆਂ ਕਰਦਾ ਸੀ, ਲੋਕਾਂ ਦੇ ਹੱਕ ਮਾਰਦਾ ਸੀ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਹਦੇ ਉੱਤੇ ਬਖਸ਼ਿਸ਼ ਕੀਤੀ ਹੈ। ਤੋ ਕਿੱਥੇ ਨੇਪਾਲ, ਕਿੱਥੇ ਜਗਨਨਾਥਪੁਰੀ, ਕਿੱਥੇ ਸੁਮੇਰ ਪਰਬਤ, ਹੇਮਕੁੰਟ ਸਾਹਿਬ, ਉੱਤਰਾਖੰਡ ਦਾ ਇਲਾਕਾ, ਚਾਈਨਾ ਬਾਰਡਰ, ਤਿੱਬਤ, ਕਿੱਥੇ ਲੇਹ ਲਦਾਖ। ਲੇਹ ਦੇ ਵਿੱਚ ਅੱਜ ਵੀ ਗੁਰਦੁਆਰਾ ਸਾਹਿਬ ਪੱਥਰ ਸਾਹਿਬ ਜੋ ਸੁਸ਼ੋਭਿਤ ਹੈ, ਆਪ ਜੀ ਨੂੰ ਜਾਣ ਦਾ ਮੌਕਾ ਮਿਲੇਗਾ, ਦੇਖਣਾ ਜ਼ਰੂਰ ਜਾ ਕੇ ਤੁਸੀਂ। ਤੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮੇਰੇ ਕਿਰਪਾਲੂ ਦਾਤਾ ਜੀ ਸਮੁੰਦਰਾਂ ਵਿੱਚੋਂ, ਬਰਫਾਂ ਦੇ ਵਿੱਚੋਂ, ਡਿਜ਼ਰਟ ਦੇ ਵਿੱਚੋਂ, ਸਾਗਰਾਂ ਦੇ ਵਿੱਚੋਂ, ਜੰਗਲਾਂ ਦੇ ਵਿੱਚੋਂ ਕਿੱਥੇ ਕਿੱਥੇ ਲੰਘ ਕੇ ਆਏ ਨੇ ਔਰ 7 ਵਾਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਰਜ਼ੌਲੀ, ਝੁਮਰੀ ਤਲਈਆ, ਝਾਰਖੰਡ ਅੱਜ ਵੀ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਜਿੱਥੇ ਉਹਨਾਂ ਨੂੰ ਚੋਰਾਂ ਨੇ ਪਕੜ ਲਿਆ ਸੀ, ਮਾਰਨ ਦੀ ਕੋਸ਼ਿਸ਼ ਕੀਤੀ। ਔਰ ਹਸਨ ਅਬਦਾਲ, ਪਾਕਿਸਤਾਨ ਦੀ ਧਰਤੀ, ਗੁਰਦੁਆਰਾ ਪੰਜਾ ਸਾਹਿਬ ਪੱਥਰ ਮਾਰ ਕੇ ਰੋੜ ਕੇ ਪਹਾੜੀ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਨੀਚੇ ਆਣਗੇ, ਮਾਰੇ ਜਾਣਗੇ। ਅੱਜ ਵੀ ਉਹ ਪੰਜਾ ਸਾਹਿਬ ਗੁਰਦੁਆਰਾ ਸਾਹਿਬ 2 ਜਗ੍ਹਾ। ਤੀਸਰਾ ਲੇਹ ਦੇ ਵਿੱਚ, ਉੱਥੇ ਵੀ ਪੱਥਰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਪਹਾੜੀ ਤੋਂ, ਉੱਥੇ ਪੱਥਰ ਸਾਹਿਬ ਹੀ ਗੁਰਦੁਆਰਾ ਸਾਹਿਬ ਬਣ ਗਿਆ। ਪੂਰਾ ਪਿੱਠ ਜੋ ਬੈਕ ਸਾਈਡ ਹੈ ਗੁਰੂ ਨਾਨਕ ਪਾਤਸ਼ਾਹ ਦੀ ਪੂਰੀ ਲੱਗੀ ਹੋਈ ਹੈ। ਉਸ ਤੋਂ ਬਾਅਦ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਗੁਰੂ ਡਾਂਗਮਾਰ ਸਾਹਿਬ ਜਾਂਦੇ ਨੇ। ਸਾਰੀ ਦੀ ਸਾਰੀ ਝੀਲ ਬਰਫ਼ ਦੇ ਨਾਲ ਜੰਮ ਜਾਂਦੀ ਹੈ ਸਰਦੀਆਂ ਦੇ ਦਿਨਾਂ ਵਿੱਚ। ਉੱਥੋਂ ਦੇ ਲੋਕਾਂ ਨੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਭੁੱਖੇ ਮਰਦੇ ਆ, ਕੋਈ ਅਨਾਜ ਪੈਦਾ ਨਹੀਂ ਹੁੰਦਾ, ਪਾਣੀ ਸਾਨੂੰ ਪੀਣ ਨੂੰ ਨਹੀਂ ਮਿਲਦਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਿਸ ਮੁਕਾਮ ਉੱਤੇ ਡਾਂਗ ਮਾਰੀ ਸੀ, ਡਾਂਗ ਮਾਰ ਸਾਹਿਬ, ਉਹ ਝੀਲ ਜਿਹੜੀ ਹੈ ਬਿਲਕੁਲ ਲਾਸਟ ਚਾਈਨਾ ਬਾਰਡਰ ਦੇ ਉੱਤੇ, ਹੁਣ ਉਹਨੂੰ ਵੀ ਖਤਮ ਕਰ ਦਿੱਤਾ ਗਿਆ। ਗੁਰਦੁਆਰਾ ਸਾਹਿਬ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ 2011 ਦੇ ਵਿੱਚ ਉੱਥੋਂ ਚੁੱਕ ਕੇ ਬੁੱਧਿਸਟ ਜਿਹੜੇ ਸਨ ਉਹਨਾਂ ਨੇ ਨੀਚੇ ਲੈ ਕੇ ਆ ਗਏ ਔਰ ਜਿੱਥੇ ਗੁਰਦੁਆਰਾ ਚੁੰਗਥਾਂਗ ਸਿੱਕਮ, ਉਸ ਮੁਕਾਮ ਤੇ ਜਿਹੜਾ ਆ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਕਰ ਦਿੱਤੇ। ਸਾਡੀ ਢਿੱਲ ਮੱਠ ਸੀ, ਅਸੀਂ ਰਾਜਨੀਤੀਆਂ 'ਚ ਫਸੇ ਪਏ ਹਾਂ। ਖਿਆਲ ਕਰਨਾ, ਕੋਈ ਕਾਂਗਰਸ ਨੂੰ ਖੁਸ਼ ਕਰ ਰਿਹਾ, ਕੋਈ ਬੀਜੇਪੀ ਨੂੰ ਖੁਸ਼ ਕਰ ਰਿਹਾ, ਕੋਈ ਆਮ ਆਦਮੀ ਪਾਰਟੀ ਨੂੰ ਖੁਸ਼ ਕਰੀ ਜਾ ਰਹੇ ਨੇ ਸਾਡੇ ਸਰਦਾਰ ਲੋਕ। ਇਹ ਪਿਛਲੇ 2-3 ਸਾਲਾਂ ਵਿੱਚ ਹੀ ਸਾਡੇ ਗੁਰਦੁਆਰਾ ਸਾਹਿਬ ਜਿਹੜੇ ਹੈ, ਇੱਕ ਜਗਨਨਾਥਪੁਰੀ 'ਚ ਖ਼ਤਮ ਕਰ ਦਿੱਤਾ ਗਿਆ ਮੰਗੂ ਮੱਠ, ਦੂਸਰਾ ਗੁਰੂ ਡਾਂਗਮਾਰ ਸਾਹਿਬ ਖ਼ਤਮ ਕਰ ਦਿੱਤਾ ਗਿਆ, ਗਿਆਨ ਗੋਦਰੀ ਸਾਹਿਬ 1984 ਵਿੱਚ ਖ਼ਤਮ ਕਰ ਦਿੱਤਾ ਗਿਆ। ਹਰ ਕੀ ਪੌੜੀ ਦੇ ਨਾਲ ਧਿਆਨ ਦੇਣਾ, ਸਾਡਾ ਇਹਨਾਂ ਵਾਲੇ ਪਾਸੇ ਧਿਆਨ ਬਿਲਕੁਲ ਨਹੀਂ ਹੈ, ਮੈਨੂੰ ਮਾफ़ ਕਰ ਦੇਣਾ। ਉਹ ਕਿੱਡਾ ਵੱਡਾ ਮਹਾਨ ਪੁਰਖ ਸੀ ਜਿਸ ਦੇ ਅੱਗੇ ਦੁਨੀਆ ਝੁਕ ਗਈ, ਪਰਬਤ ਝੁਕ ਗਏ, ਰਾਜੇ ਝੁਕ ਗਏ। ਇੱਕ ਅਸੀਂ ਲੋਕ ਹਾਂ, ਆਪਣੇ ਲਾਲਚ, ਆਪਣੇ ਮੁਫਾਦ ਦੇ ਲਈ, ਆਪਣੇ ਸਵਾਰਥ ਦੇ ਲਈ ਅਸੀਂ ਜਿਹੜਾ ਹੈ ਗੁਰੂ ਨਾਨਕ ਪਾਤਸ਼ਾਹ ਦੀਆਂ ਪਾਵਨ ਨਿਸ਼ਾਨੀਆਂ ਨੂੰ ਵੀ ਨਹੀਂ ਸਾਂਭ ਸਕੇ। ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਵਡਿਆਈ ਹੈ। ਅੱਜ ਤੱਕ 20 ਰੁਪਏ ਦਾ ਜੋ ਉਹਨਾਂ ਨੇ ਸੱਚਾ ਸੌਦਾ ਕੀਤਾ। ਤੁਸੀਂ ਕਦੀ ਵਰਲਡ ਇਤਿਹਾਸ ਪੜ੍ਹ ਕੇ ਦੇਖਿਆ ਕਰੋ, ਸੈਕੰਡ ਵਰਲਡ ਵਾਰ, ਫਸਟ ਵਰਲਡ ਵਾਰ, ਹਿਟਲਰ ਦਾ ਜੀਵਨ ਸਭ ਪੜ੍ਹ ਕੇ ਦੇਖੋ। ਔਸਵਿਚ ਦੇ ਵਿੱਚ ਕਿਵੇਂ 11 ਲੱਖ ਯਹੂਦੀ ਮਾਰੇ ਗਏ, ਪੜ੍ਹ ਕੇ ਦੇਖੋ। ਮੈਂ ਪੜ੍ਹਦਿਆਂ ਪਹੁੰਚਿਆ ਆਟੋਮਨ ਇੰਪਾਇਰ, ਦੁਨੀਆ ਵਿੱਚ ਸਭ ਤੋਂ ਵੱਡੀ ਗ੍ਰੀਕ ਇੰਪਾਇਰ ਜਿਹੜੀ ਹੋਈ ਹੈ ਉਹ ਗ੍ਰੀਸ ਵਿੱਚ ਹੋਈ ਸੀ, ਜਿਹਨੇ ਬਹੁਤ ਲੰਬਾ ਰਾਜ ਕੀਤਾ। ਦੂਸਰੇ ਨੰਬਰ ਤੇ ਆਟੋਮਨ ਜਿਹੜਾ ਇੰਪਾਇਰ ਹੈ ਜਿਸ ਨੇ ਸਭ ਤੋਂ ਵੱਡਾ ਰਾਜ ਕੀਤਾ ਹੈ। ਧਿਆਨ ਦੇਣਾ, ਇਸ ਆਟੋਮਨ ਸਮਰਾਜ ਦੇ ਵਿੱਚ, ਇੰਪਾਇਰ ਦੇ ਵਿੱਚ ਮਹਿਮਦ II ਜਿਹੜਾ ਕਿੰਗ ਹੋਇਆ 1414 ਤੋਂ ਲੈ ਕੇ 1421 ਤੱਕ, ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਤੋਂ ਪਹਿਲਾਂ ਕੁਝ ਸਮਾਂ ਪਹਿਲਾਂ। ਪੂਰੇ ਵਰਲਡ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਤੋਪ ਚੱਲੀ ਹੈ, ਗਨ ਪਾਊਡਰ ਦਾ ਇਸਤੇਮਾਲ ਕੀਤਾ ਗਿਆ, ਉਹ ਆਟੋਮਨ ਸਮਰਾਜ ਨੇ ਕੀਤਾ ਸੀ ਜਦੋਂ ਉਹਨਾਂ ਨੇ ਇਸਤਾਂਬੁਲ ਨੂੰ ਜਿੱਤਣਾ ਸੀ, ਤੁਰਕੀ ਨੂੰ ਜਿੱਤਣਾ ਸੀ। ਧਿਆਨ ਦੇਣਾ,
ਹੁਣ ਜਦੋਂ ਮੈਂ ਉਸ ਇਤਿਹਾਸ ਨੂੰ ਪੜ੍ਹਦਾ, ਕਦੀ ਤੁਸੀਂ ਇਸਤਾਂਬੁਲ ਜਾਓ, ਟਰਕੀ ਜਾਓ, ਉਹਦੀ ਕੈਪੀਟਲ ਜਿਹੜੀ ਹੈ, ਉੱਥੋਂ ਦੀ ਸਭ ਤੋਂ ਮਸ਼ਹੂਰ ਜਿਹੜੀ ਬਿਲਡਿੰਗ ਹੈ ਉਹਦਾ ਨਾਮ ਹੈ ਹਾਗੀਆ ਸੋਫੀਆ। ਬਹੁਤ ਸਾਲ ਪੁਰਾਣੀ ਹਾਗੀਆ ਸੋਫੀਆ। ਤੁਹਾਡਾ ਤਾਜ ਮਹਿਲ ਹੋ ਸਕਦਾ, ਤੁਹਾਡਾ ਕੁਝ ਹੋਰ ਹੋ ਸਕਦਾ, ਉਹਨਾਂ ਦੀ ਹਾਗੀਆ ਸੋਫੀਆ ਹੈ। ਹਾਗੀਆ ਸੋਫੀਆ ਦੇ ਨਾਲ ਜਸਟ ਹੀ 9 ਕਬਰਾਂ ਤੁਹਾਨੂੰ ਇੱਕ ਇਮਾਰਤ ਵਿੱਚ 19 ਕਬਰਾਂ 19 ਕਬਰਾਂ ਤੁਹਾਨੂੰ ਇੱਕ ਬਿਲਡਿੰਗ ਦੇ ਵਿੱਚ ਮਿਲਣਗੀਆਂ। ਉਹ 19 ਕਬਰਾਂ ਦੇ ਵਿੱਚ 6 ਮਹੀਨੇ ਦਾ ਵੀ ਬੱਚੇ ਦੀ ਕਬਰ ਹੈ, 19 ਸਾਲ ਦਾ ਵੀ ਹੈ, 21 ਸਾਲ ਦਾ ਵੀ ਹੈ, 27 ਸਾਲ ਦਾ ਵੀ ਹੈ, 8 ਸਾਲ ਦਾ ਵੀ ਹੈ, 6 ਮਹੀਨੇ ਦਾ ਵੀ ਹੈ। ਮੈਂ ਜਦੋਂ ਉਸ ਹਿਸਟਰੀ ਨੂੰ ਪੜ੍ਹਦਾ ਪਿਆ ਸੀ, ਮੈਂ ਹੈਰਾਨ ਹੋ ਗਿਆ। ਮਹਿਮਦ II ਆਟੋਮਨ ਸਾਮਰਾਜ, ਬਹੁਤ ਵੱਡਾ ਉਹਨਾਂ ਦਾ ਰਾਜ ਸੀ। ਮੋਬਾਈਲ ਤੁਹਾਡੇ ਕੋਲ ਹੈ, ਕਿਤੇ ਸਰਚ ਕਰਕੇ ਦੇਖਣਾ। ਮਹਿਮਦ II ਰਾਜੇ ਨੇ ਇੱਕ ਕਾਨੂੰਨ ਬਣਾਇਆ ਸੀ। ਅਸੀਂ ਕਹਿੰਦੇ ਕਿ ਮੁਗਲ ਇੰਪਾਇਰ ਦੇ ਸਮੇਂ ਬੜਾ ਅਤਿਆਚਾਰ ਹੋਇਆ, ਔਰੰਗਜ਼ੇਬ ਨੇ ਕੀਤਾ, ਬਾਬਰ ਨੇ ਕੀਤਾ, ਜਹਾਂਗੀਰ ਨੇ ਕੀਤਾ। ਇੰਨੇ ਜ਼ਾਲਿਮ ਲੋਕ ਕਿਉਂ ਸੀ? ਜੇ ਔਰੰਗਜ਼ੇਬ ਤਖਤ ਤੇ ਬੈਠਾ ਤੇ ਉਹ ਆਪਣੇ ਭਰਾ ਮੁਰਾਦ ਦਾਰਾ ਸ਼ਿਕੋਹ ਨੂੰ ਮਾਰ ਕੇ ਤਖਤ ਤੇ ਬੈਠਾ, ਜੇ ਅੱਗੇ ਔਰੰਗਜ਼ੇਬ ਦਾ ਪੁੱਤਰ ਬਹਾਦਰ ਸ਼ਾਹ ਤਖਤ ਤੇ ਬੈਠਾ ਤਾਂ ਉਹ ਵੀ ਆਪਣੇ ਭਰਾਵਾਂ ਨੂੰ ਮਾਰ ਕੇ ਤਖਤ ਤੇ ਬੈਠਾ। ਕਦੀ ਤੁਹਾਡੇ ਮਨ 'ਚ ਖਿਆਲ ਨਹੀਂ ਆਉਂਦਾ ਕਿ ਸਾਡੇ ਕਲਚਰ ਅੰਦਰ ਭਰਾਵਾਂ ਲਈ ਜਾਨ ਦੇ ਦਿੰਦੇ ਆ, ਇਹ ਲੋਕੀ ਭਰਾਵਾਂ ਦੀ ਜਾਨ ਲੈ ਲੈਂਦੇ ਸੀ? ਕਦੀ ਸੋਚਿਆ ਇਹ ਸੋਚ, ਇਹ ਥਿੰਕ ਕਿੱਥੋਂ ਆਈ ਹੈ ਇਹਨਾਂ ਦੇ ਅੰਦਰ? ਤੁਹਾਨੂੰ ਇਹ ਸਭ ਕੁਝ ਜਾਣਨ ਦੇ ਲਈ ਟਰਕੀ ਜਾਣਾ ਪਵੇਗਾ। ਜੋ ਟਰਕੀ ਜਾਂਦੇ ਆ, ਮਹਿਮਦ II ਬਾਦਸ਼ਾਹ ਨੇ ਇਹ ਕਾਨੂੰਨ ਬਣਾਇਆ ਸੀ ਕਿ ਜਦੋਂ ਵੀ ਨਵਾਂ ਬਾਦਸ਼ਾਹ ਤਖਤ ਤੇ ਬੈਠੇ, ਉਹਦੇ ਬੈਠਣ ਦੇ ਸਾਰ ਹੀ ਉਹਦੇ ਜਿੰਨੇ ਬਾਕੀ ਭਰਾ ਨੇ ਸਕੇ ਸਾਰਿਆਂ ਨੂੰ ਜਾਨੋਂ ਮਾਰ ਦਿੱਤਾ ਜਾਵੇ। ਤੁਸੀਂ ਹੈਰਾਨ ਹੋ ਜਾਵੋਗੇ ਜਦੋਂ ਤੁਸੀਂ ਐਸੀ ਹਿਸਟਰੀ ਪੜ੍ਹੋਗੇ। ਔਰ ਕਮਾਲ ਦੀ ਗੱਲ ਹੈ ਕਿ ਅੱਜ ਜਦੋਂ ਤਖਤ ਦੇ ਉੱਤੇ ਬੈਠਾ ਹੈ, ਇਸਤਾਂਬੁਲ ਦੇ ਵਿੱਚ ਬੈਠਾ ਹੈ, ਆਟੋਮਨ ਸਾਮਰਾਜ ਦਾ ਬਾਦਸ਼ਾਹ ਬੈਠਾ, ਉਸੇ ਵੇਲੇ ਹੀ ਬੈਠਣ ਸਾਰ ਜਿੰਨੇ ਉਹਦੇ ਛੋਟੇ ਭੈਣ ਭਰਾ, ਦੂਜੇ ਤੀਜੇ ਸੀ ਭਰਾ, ਜਿੰਨੇ ਵੀ ਸੀ, ਆਪਣੀ ਜਾਨ ਲੁਕਾਉਣ ਦੇ ਲਈ ਲੁਕਦੇ ਪਏ ਨੇ ਔਰ ਆ ਕੇ ਫਰਿਆਦ ਕਰਦੇ ਪਏ ਨੇ, ਵੀਰਿਆ ਸਾਨੂੰ ਤਖਤ ਨਹੀਂ ਚਾਹੀਦਾ, ਸਾਡੀ ਜਾਨ ਬਖਸ਼ੀ ਕਰ ਦੇ। ਸਾਨੂੰ ਤਖਤ ਨਹੀਂ ਚਾਹੀਦਾ, ਸਾਡੀ ਜਾਨ ਬਖਸ਼ੀ ਕਰ ਦੇ। ਇਰਤਾਗੁਲ ਤੁਸੀਂ ਅੱਜ ਕੱਲ੍ਹ ਨੈਟਫਲਿਕਸ ਵਗੈਰਾ ਦੇਖਦੇ ਹੋ, ਮੁਬਾਰਕ ਜੋ ਵੀ ਹੈ, ਤੁਸੀਂ ਇਰਤਾਗੁਲ ਵਗੈਰਾ ਦੇਖੋ, ਉਹਦੇ ਵਿੱਚ ਸਾਰਾ ਇਹ ਦੱਸੇ ਗਏ ਨੇ ਸੀਨ। ਕਮਾਲ ਦੀ ਗੱਲ ਇਹ ਹੈ ਕਿ ਉਹ ਜਿਹੜੇ ਬਾਦਸ਼ਾਹ ਤਖਤ ਤੇ ਬੈਠਾ ਹੋਇਆ, ਉਹਦੇ ਛੋਟੇ ਛੋਟੇ ਭਰਾ ਰੋਂਦੇ ਪਏ ਨੇ, ਅਸੀਂ ਤਖਤ ਨਹੀਂ ਮੰਗਦੇ, ਸਾਨੂੰ ਦੇਸ਼ ਤੋਂ ਬਾਹਰ ਭੇਜ ਦੇਵੋ, ਅਸੀਂ ਕਿਤੇ ਹੋਰ ਚਲੇ ਜਾਵਾਂਗੇ। ਪਰ ਤੁਰਕੀ ਦਾ ਇਹ ਕਾਨੂੰਨ ਕਹਿੰਦਾ ਪਿਆ ਕਿ ਬਾਦਸ਼ਾਹ ਦੇ ਤਖਤ ਤੇ ਬੈਠਣ ਲੱਗਿਆਂ ਉਹਦੇ ਬਾਕੀ ਭਰਾ ਮਾਰ ਦਿੱਤੇ ਜਾਣ। 19 ਸਾਹਿਬਜ਼ਾਦੇ ਜਿਹੜੇ ਸੀ ਉਹਦੇ ਭਰਾ ਛੋਟੇ, 19 ਸਾਹਿਬਜ਼ਾਦੇ ਜਿਹੜੇ ਸੀ ਉਹਨਾਂ ਨੂੰ ਜਾਨੋਂ ਮਾਰ ਕੇ ਤੇ ਤੁਰਕੀ ਇਸਤਾਂਬੁਲ ਦੇ ਬਾਜ਼ਾਰਾਂ ਦੇ ਵਿੱਚੋਂ ਦੀ ਉਹਨਾਂ ਦੀਆਂ ਲਾਸ਼ਾਂ ਜਦੋਂ ਜਾਂਦੀਆਂ ਪਈਆਂ, ਉਹਨਾਂ ਵਿੱਚੋਂ 6 ਮਹੀਨੇ ਦੇ ਬੱਚੇ ਦੀ ਵੀ ਜਿਹੜੀ ਲਾਸ਼ ਹੈ, ਦੁਨੀਆ ਦੇਖ ਕੇ ਰੋਈ ਸੀ। ਇਹ ਕੈਸਾ ਕਾਨੂੰਨ ਹੈ? ਇਹ ਗੱਲਾਂ ਮੈਂ 1440, 21, 23 ਇਸ ਡੇਟ ਦੀਆਂ ਕਰ ਰਿਹਾ ਹਾਂ। ਧਿਆਨ ਦੇਣਾ, 1469 ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਉਂਦੇ ਨੇ। ਇੱਕ ਉਹ ਲੋਕ ਨੇ ਜੋ ਤਖਤ ਦੇ ਲਈ, ਹਕੂਮਤ ਦੇ ਲਈ, ਪੈਸੇ ਦੇ ਲਈ ਆਪਣੇ ਭਰਾਵਾਂ ਦਾ ਕਤਲੇਆਮ ਕਰਦੇ ਨੇ। ਦੂਜੇ ਪਾਸੇ ਇੱਕ ਬਾਪ 20 ਰੁਪਏ ਉਸ ਵੇਲੇ ਕਿੱਡਾ ਵੱਡਾ ਰਕਮ ਹੋਵੇਗੀ। ਧਿਆਨ ਦੇਣਾ, ਕਿੰਨੀ ਵੱਡੀ ਰਕਮ ਹੋਵੇਗੀ। 1914 ਦੇ ਵਿੱਚ ਗੋਲਡ ਦੀ ਕੀਮਤ 18 ਰੁਪਏ ਤੇ ਕੁਝ ਪੈਸੇ ਤੋਲਾ ਸੀ। ਧਿਆਨ ਦੇਣਾ। ਤੇ ਜਦੋਂ ਅਸੀਂ ਪਿੱਛੇ ਚਲੇ ਜਾਂਦੇ ਹਾਂ, ਕਈ ਗੁਣਾ ਪਿੱਛੇ ਚਲੇ ਜਾਈਏ, 552 ਸਾਲ ਪਹਿਲਾਂ ਚਲੇ ਜਾਈਏ, ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਸਮੇਂ ਚਲੇ ਜਾਈਏ, ਤੇ ਉਸ ਵੇਲੇ ਜਿਹੜਾ 20 ਰੁਪਏ ਜਿਹੜੇ ਸਨ, ਮੈਂ ਬੇਨਤੀ ਕਰ ਦੇਵਾਂ, ਰੁਪਈਆ ਲਫ਼ਜ਼ ਰੂਪਾ ਤੋਂ ਬਣਿਆ। ਰੂਪਾ ਚਾਂਦੀ ਨੂੰ ਕਿਹਾ ਜਾਂਦਾ ਹੈ। ਧਿਆਨ ਦੇਣਾ,
ਪਹਿਲਾਂ ਸੋਨੇ ਦੀਆਂ ਮੋਹਰਾਂ ਹੋਇਆ ਕਰਦੀ ਸੀ, ਜਦੋਂ ਸੋਨੇ ਦਾ ਰੇਟ ਵੱਧ ਜਾਂਦਾ ਹੈ, ਪੈਸਾ ਗਿਰ ਜਾਂਦਾ, ਫਿਰ ਰੂਪਾ ਢਾਲਿਆ ਗਿਆ, ਰੁਪਈਆ ਢਾਲਿਆ ਗਿਆ। ਰੂਪਾ ਚਾਂਦੀ ਨੂੰ ਕਿਹਾ ਜਾਂਦਾ ਹੈ, ਗੋਲ ਗੋਲ ਚਾਂਦ ਕਾ ਰੁਪਈਆ, ਉਹ ਚਾਂਦੀ ਦਾ ਬਣਿਆ ਸੀ, ਰੂਪਾ ਚਾਂਦੀ ਨੂੰ ਕਿਹਾ ਜਾਂਦਾ। ਬੜੇ ਧਿਆਨ ਨਾਲ ਸੁਣਨਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜਦੋਂ 20 ਰੁਪਈਏ ਲੈ ਕੇ ਚੂੜਕਾਣੇ ਦੀ ਮੰਡੀ ਵਿੱਚ ਜਾਂਦੇ ਨੇ ਤੇ ਪਿਤਾ ਜੀ ਨੇ ਇਹ ਗੱਲ ਆਖੀ ਸੀ, ਪੁੱਤਰ ਲੋਕ ਇਲਜ਼ਾਮ ਲਗਾਉਂਦੇ ਨੇ ਤੁਹਾਡੇ ਉੱਤੇ ਕਿ ਤੁਸੀਂ ਕੁਝ ਕਰਦੇ ਨਹੀਂ, ਅੱਜ ਲੋਕਾਂ ਨੂੰ ਕਰਕੇ ਦਿਖਾ ਦਿਓ ਤੇ ਮੈਂ ਵੀ ਬੜੇ ਮਾਣ ਦੇ ਨਾਲ ਕਹਿ ਸਕਾਂ ਕਿ ਮੇਰਾ ਪੁੱਤਰ ਬੜੀ ਵੱਡੀ ਕਮਾਈ ਕਰਦਾ ਪਿਆ ਹੈ। 20 ਰੁਪਈਏ ਪੂੰਜੀ ਬਹੁਤ ਵੱਡੀ ਸੀ। ਮਹਿਤਾ ਕਾਲੂ ਜੀ ਦੇ ਵਾਸਤੇ ਨਾਲ ਬਾਲੇ ਨੂੰ ਭੇਜਿਆ, ਬਾਲਿਆ ਖਿਆਲ ਰੱਖੀ ਨਾਨਕ ਦਾ, ਤੇ ਜਾ ਕੇ ਚੂੜਕਾਣੇ ਦੀ ਮੰਡੀ ਵਿੱਚ ਤੁਸੀਂ ਜਾਓ ਔਰ ਉੱਥੇ ਜਾ ਕੇ ਇੱਕ ਸੌਦਾ ਕਰਕੇ ਲਿਆਓ, ਜਿਸ ਸੌਦੇ ਵਿੱਚ ਬਹੁਤ ਸਾਨੂੰ ਫਾਇਦਾ ਨਫਾ ਹੋ ਸਕੇ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਗੱਡਾ ਲੈ ਕੇ ਜਾਂ ਇੱਕ ਦੋ ਗੱਡੇ ਹੋਰ ਨਾਲ ਲੈ ਕੇ ਚੂੜਕਾਣੇ ਦੀ ਮੰਡੀ ਵਿੱਚ ਜਾਂਦੇ ਨੇ ਕਿ ਅਸੀਂ ਉੱਥੇ ਵਪਾਰ ਕਰਨਾ। ਅਜੇ ਉੱਥੇ ਜਦੋਂ ਗਏ ਨੇ ਇਹ ਗੱਲ ਬਣਾ ਦਿੱਤੀ ਗਈ ਕਿ ਭੁੱਖੇ ਸਾਧੂਆਂ ਨੂੰ ਦੇ ਕੇ ਭੋਜਨ ਛਕਾ ਦਿੱਤਾ। ਇਹ ਭੁੱਖੇ ਸਾਧੂ ਉਦੋਂ ਵੀ ਭੁੱਖੇ ਸੀ ਤੇ ਅੱਜ ਵੀ ਭੁੱਖੇ ਹੀ ਹੈ, ਇਹਨਾਂ ਭੁੱਖਿਆਂ ਨੂੰ ਭੋਜਨ ਛਕਾਉਣ ਦੀ ਲੋੜ ਨਹੀਂ ਹੈ। ਬੜੇ ਧਿਆਨ ਨਾਲ ਸੁਣਨਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਕੋਈ ਵੀ ਜਿਹੜਾ ਸੱਭਿਅਕ ਦੇਸ਼ ਹੈ ਉੱਥੇ ਤੁਹਾਨੂੰ ਐਸੇ ਭਿਖਾਰੀ ਨਹੀਂ ਲੱਭਣਗੇ ਜਿਹੜੇ ਭਗਵੇਂ ਕੱਪੜੇ ਪਾ ਕੇ ਭੰਗ ਦੇ ਸੂਟੇ ਮਾਰਦੇ ਪਏ, ਗਾਂਜਾ ਪੀ ਕੇ ਤੇ ਲੋਕਾਂ ਨੂੰ ਉਪਦੇਸ਼ ਦਿੰਦੇ ਪਏ। ਇਹ ਜਿਹੜਾ ਸਾਡਾ ਸਮਾਜ ਜਿਹੜਾ ਹੈ ਇਹ ਸਮਾਜ ਦਾ ਇੱਕ ਹੀਨ ਅੰਗ ਹੈ। ਬੜੇ ਧਿਆਨ ਨਾਲ ਸੁਣਨਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜਦੋਂ ਚੂੜਕਾਣੇ ਦੀ ਮੰਡੀ ਵਿੱਚ ਜਾਂਦੇ ਨੇ ਵਪਾਰ ਕਰਨ ਵਾਸਤੇ, ਤੇ ਮੰਡੀ ਕਦੀ ਜਾ ਕੇ ਦੇਖੋ, ਮੰਡੀਆਂ ਵਿੱਚ ਜਿਹੜੇ ਲੋਕੀ ਧਾਨ ਚੁੱਕਦੇ ਨੇ, ਜਿਹੜੇ ਲੋਕੀ ਚਾਵਲ ਦੀ ਉਹ ਜਿਹਨੂੰ ਝੋਨਾ ਕਿਹਾ ਜਾਂਦਾ ਹੈ, ਧਾਨ ਕਹੀ ਜਾਂਦੀ ਹੈ, ਜਾਂ ਮਕਈ ਜਾਂ ਕਣਕ, ਉਹਨਾਂ ਦਾ ਲਾਈਫ ਦੇਖਣਾ। ਉਹਨਾਂ ਦੀ ਲਾਈਫ ਦੇ ਵਿੱਚ ਦਿਹਾੜੀ ਹੁੰਦੀ ਹੈ, ਕੋਈ ਖਾਂਸੀ ਕਰ ਰਿਹਾ ਹੁੰਦਾ, ਕੋਈ ਬਿਮਾਰ ਹੁੰਦਾ ਹੈ, ਇਤਨਾ ਬੋਝਾ ਉਠਾਉਂਦੇ ਨੇ। ਗੁਰੂ ਨਾਨਕ ਸੱਚੇ ਪਾਤਸ਼ਾਹ ਮੇਰੇ ਕਿਰਪਾਲੂ ਦਾਤਾ ਜੀ ਚੂੜਕਾਣੇ ਦੀ ਮੰਡੀ ਵਿੱਚ ਗਏ, ਕੋਈ ਬਿਮਾਰ ਹੈ, ਕੋਈ ਪਰੇਸ਼ਾਨ ਹੈ, ਕਿਸੇ ਕੋਲ ਪੈਸਾ ਨਹੀਂ, ਕੋਈ ਗਰੀਬੀ ਹੈ, ਲਾਚਾਰੀ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਸ ਮੁਕਾਮ ਤੇ ਜਾ ਕੇ ਉਹਨਾਂ ਦੇ ਲਈ ਭੋਜਨ ਪ੍ਰਸ਼ਾਦੀ ਦੇ ਇੰਤਜ਼ਾਮ ਕਰਦੇ ਨੇ, ਲੰਗਰ ਲਗਾਉਂਦੇ ਨੇ। ਕੋਈ ਆਂਦਾ ਮੇਰੇ ਕੋਲ ਦਵਾ ਦੇ ਲਈ ਪੈਸੇ ਨਹੀਂ ਹੈ, ਗੁਰੂ ਨਾਨਕ ਪਾਤਸ਼ਾਹ ਜੀ ਦਵਾ ਲਈ ਪੈਸੇ ਦਿੰਦੇ। ਕਿਸੇ ਕੋਲ ਸਰਦੀ ਹੈ, ਕੰਬਲ ਦੇ ਦਿੱਤਾ, ਕੁਛ ਕੱਪੜੇ ਦੇ ਦਿੱਤੇ। ਉੱਥੇ ਹੀ ਫਿਰ ਸਾਧੂ ਵੀ ਆਉਂਦੇ ਨੇ, ਉਹਨਾਂ ਸਾਧੂਆਂ ਨੂੰ ਵੀ ਭੋਜਨ ਛਕਾਇਆ ਜਾਂਦਾ। ਇਹ ਨਹੀਂ ਅਸੀਂ ਕਹਿੰਦੇ ਕਿ ਸਾਧੂਆਂ ਤੋਂ ਭੋਜਨ ਸ਼ੁਰੂ ਕੀਤਾ ਗਿਆ, ਭੋਜਨ ਪਹਿਲਾਂ ਸ਼ੁਰੂ ਹੋਇਆ, ਉਹਦੇ 'ਚ ਆ ਕੇ ਸਾਧੂ ਵੀ ਬੈਠੇ, ਗਰੀਬ ਵੀ ਬੈਠੇ, ਦੂਜੇ ਤੀਜੇ, ਹਿੰਦੂ ਵੀ ਬੈਠਾ, ਮੁਸਲਮਾਨ ਵੀ ਬੈਠਾ, ਹਰ ਕੋਈ ਬੈਠਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਸੇਵਾ ਕੀਤੀ ਹੈ ਔਰ ਇਹ ਸੇਵਾ ਜਿਹੜੀ ਹੈ ਲਗਾਤਾਰ ਕਈ ਦਿਨ ਤੱਕ ਚੱਲਦੀ ਰਹੀ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਸਤਿਕਾਰਯੋਗ ਪਿਤਾ ਜੀ, ਸਤਿਕਾਰਯੋਗ ਪਿਤਾ ਜੀ, ਧਿਆਨ ਦੇਣਾ, ਜਦੋਂ ਉਹਨਾਂ ਨੂੰ ਇਹ ਪਤਾ ਲੱਗਾ ਕਿ ਮੇਰਾ ਪੁੱਤਰ ਜਿਹੜਾ ਹੈ ਹੁਣ ਵਾਪਸ ਆ ਰਿਹਾ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੋਂ ਪਹਿਲਾਂ ਭਾਈ ਬਾਲਾ ਜੀ ਆ ਗਏ। ਬਾਲਾ ਜੀ ਡਰ ਗਏ ਸਨ। ਉਹ ਡਰੇ ਇਸ ਕਰਕੇ ਕਿ ਮਹਿਤਾ ਜੀ ਨੇ ਸਾਨੂੰ 20 ਰੁਪਏ ਦਿੱਤੇ ਹੈ ਕਿ ਖਰਾ ਸੌਦਾ ਕਰਨਾ, ਕੁਝ ਪ੍ਰੋਫਿਟ ਹੋਵੇ, ਕੁਝ ਗੱਲ ਹੋਵੇ, ਤੇ ਇਹ ਤਾਂ ਸਾਰਾ ਅਸੀਂ ਲੁਟਾ ਦਿੱਤਾ। ਤੇ ਮੇਰੀ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਵੀ ਗੱਲ ਨਹੀਂ ਮੰਨੀ। ਮੈਂ ਬਹੁਤ ਰੋਕਿਆ, ਪਰ ਮੈਂ ਜੇ ਹੁਣ ਇਹਨਾਂ ਦੇ ਨਾਲ ਜਾਵਾਂਗਾ ਤੇ ਮੈਨੂੰ ਮਾਰ ਪਵੇਗੀ। ਮੈਂ ਪਹਿਲਾਂ ਜਾ ਕੇ ਦੱਸ ਦੇਵਾਂ। ਭਾਈ ਬਾਲਾ ਜੀ ਆਏ, ਗੁਰੂ ਨਾਨਕ ਸੱਚੇ ਪਾਤਸ਼ਾਹ ਮੇਰੇ ਕਿਰਪਾਲੂ ਦਾਤਾ ਜੀ ਦੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਪਿਤਾ ਜੀ ਮਹਿਤਾ ਕਲਿਆਣ ਦਾਸ ਜੀ ਦੇ ਕੋਲ ਭਾਈ ਬਾਲਾ ਜੀ ਆਏ। ਤੇ ਮਹਿਤਾ ਕਲਿਆਣ ਦਾਸ ਜੀ ਨੇ ਪਹਿਲੀ ਗੱਲ ਹੀ ਇਹ ਆਖੀ ਸੀ, ਬਾਲਿਆ ਸੌਦਾ ਕਿਹੋ ਜਿਹਾ ਰਿਹਾ, ਕਿੰਨਾ ਕੁ ਨਫਾ ਹੋਇਆ, ਕਿੰਨਾ ਕੁ ਕਮਾਇਆ, ਗੱਡੇ ਕਿੱਥੇ ਨੇ, ਨਾਨਕ ਕਿੱਥੇ ਹੈ। ਉਹਨਾਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਿਤਾ ਜੀ ਮੈਂ ਬਹੁਤ ਸਮਝਾਇਆ, ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਦੋਂ ਗਰੀਬ ਲੋਕਾਂ ਨੂੰ ਦੇਖਿਆ, ਲਾਚਾਰ ਲੋਕਾਂ ਨੂੰ ਦੇਖਿਆ, ਉਹਨਾਂ ਦਾ ਦੁੱਖ ਉਹਨਾਂ ਦੇ ਕੋਲ ਸਹਿਨ ਨਹੀਂ ਹੋ ਸਕਿਆ। ਇੱਕ ਉਹ ਲੋਕ ਸੀ ਜਿਹੜੇ ਤਖਤ ਦੇ ਲਈ ਆਪਣੇ ਭਰਾਵਾਂ ਦਾ ਕਤਲ ਕਰਦੇ ਨੇ, ਉਹ ਬਾਬਰ ਦੇ ਪੂਰਵਜ ਨੇ।
ਮੰਗੋਲ। ਧਿਆਨ ਦੇਣਾ, ਇਹ ਜਿਹੜੇ ਤੁਰਕ ਲੋਕ ਸੀ ਇਹ ਤਖਤ ਦੇ ਵਾਸਤੇ ਆਪਣੇ ਭਰਾਵਾਂ ਦਾ ਕਤਲ ਕਰਦੇ ਸੀ। ਇਹ ਬਾਬਰ ਦੇ ਲੋਕ ਸਨ। ਜਿਹੜੇ ਬਾਬੇ ਦੇ ਲੋਕ ਹੈ ਉਹ ਦੂਜੇ ਨੂੰ ਦੇਖ ਕੇ ਲੰਗਰ ਲਗਾ ਦਿੰਦੇ ਨੇ। ਆਖੋ ਸਤਨਾਮ ਸ੍ਰੀ। ਬਾਬਰ ਔਰ ਬਾਬੇ ਵਿੱਚ ਇਹੀ ਫਰਕ ਹੈ। ਧਿਆਨ ਦੇਣਾ, ਇੱਕ ਦਿੱਲੀ ਦੇ ਤਖਤ ਤੇ ਰਾਜ ਕਰਦਾ ਪਿਆ ਹੈ, ਦੂਜਾ ਦਿਲਾਂ ਤੇ ਰਾਜ ਕਰਦਾ ਪਿਆ ਹੈ। ਉਹ ਤਖਤ ਟੁੱਟ ਗਏ ਨੇ, ਵਿਖਰ ਗਏ ਨੇ, ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਿਨ੍ਹਾਂ ਦਿਲਾਂ ਤੇ ਰਾਜ ਕੀਤਾ ਉਹ ਦਿਲ ਅੱਜ ਵੀ ਧੜਕਦੇ ਪਏ ਨੇ। ਮਹਿਤਾ ਜੀ ਨੇ ਪੁੱਛ ਕੀਤੀ, ਦੱਸੋ ਕਿੱਥੇ ਹੈ? ਤੇ ਉਹ ਵਪਾਰ ਕੀ ਕੀਤਾ, ਨਾਨਕ ਕਿੱਥੇ ਹੈ? ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜਦੋਂ ਵਾਪਸ ਆ ਰਹੇ ਸੀ, ਹੁਣ ਉਹਨਾਂ ਨੇ ਜੋ ਕਰਨਾ ਸੀ ਕਰ ਦਿੱਤਾ। ਉਹਨਾਂ ਨੇ ਜੋ ਕਰਨਾ ਸੀ ਕਰ ਦਿੱਤਾ ਸੀ। ਜੋ ਕਰਮ ਕਰਨਾ ਸੀ ਕਰਮ ਕਰ ਦਿੱਤਾ। ਹੁਣ ਕਰਮ ਦਾ ਅੰਜਾਮ ਬਹੁਤ ਬੁਰਾ ਹੋਣਾ ਸੀ। ਪਿਤਾ ਜੀ ਦੇ ਸਾਹਮਣੇ ਕਿਵੇਂ ਜਾਈਏ? ਪਿੰਡ ਦੇ ਬਾਹਰ ਹੁਣ ਸਾਡੇ ਮਕਾਨ ਪੱਕੇ ਹੋ ਗਏ, ਪਹਿਲਾਂ ਕੱਚੇ ਹੋਇਆ ਕਰਦੇ ਸੀ। ਇੱਕ ਵਿਸ਼ੇਸ਼ ਪ੍ਰਕਾਰ ਦੀ ਜਿਹੜੀ ਮਿੱਟੀ ਹੁੰਦੀ ਹੈ ਨਾ, ਆਮ ਮਿੱਟੀ ਘਰਾਂ 'ਚ ਨਹੀਂ ਫੇਰੀ ਜਾਂਦੀ ਸੀ। ਉਹ ਚੀਕਣੀ ਮਿੱਟੀ ਚਾਹੀਦੀ, ਜਿਹੜੀ ਪਾਣੀ ਵਿੱਚ ਬੜਾ ਟਾਈਮ ਰਹੀ ਹੋਵੇ, ਉਹਨੂੰ ਚੀਕਣੀ ਮਿੱਟੀ ਕਿਹਾ ਜਾਂਦਾ ਹੈ। ਰੇਤਲੀ ਮਿੱਟੀ ਘਰਾਂ 'ਚ ਨਹੀਂ ਮਲੀ ਜਾਂਦੀ ਸੀ, ਚੀਕਣੀ ਮਿੱਟੀ। ਔਰ ਉਹ ਚੀਕਣੀ ਮਿੱਟੀ ਜਿਹੜੀ ਹੁੰਦੀ ਹੈ, ਜਿੱਥੇ ਪਾਣੀ ਜਮ੍ਹਾਂ ਰਵੇ ਨਾ, ਟੋਬਾ, ਪੋਖਰ, ਸਰੋਵਰ, ਉਸ ਪੋਖਰ ਦੇ ਕਿਨਾਰੇ ਤੋਂ ਪੱਟ ਕੇ ਲਿਆਈ ਜਾਂਦੀ ਸੀ। ਇਹ ਚੀਕਣੀ ਮਿੱਟੀ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜਦੋਂ ਵਾਪਸ ਮੁੜਦੇ ਆ ਰਹੇ ਨੇ ਤੇ ਇੱਕ ਮਨ ਦੇ ਵਿੱਚ ਖਿਆਲ ਹੈ ਕਿ ਹੁਣ ਪਿਤਾ ਜੀ ਦੇ ਸਾਹਮਣੇ ਮੈਂ ਕਿਵੇਂ ਜਾਵਾਂ? ਮੈਂ ਪਿਤਾ ਜੀ ਦੇ ਸਾਹਮਣੇ ਕਿਵੇਂ ਜਾਵਾਂ? ਬਾਲੇ ਨੂੰ ਕਹਿ ਦਿੱਤਾ ਤੁਸੀਂ ਘਰ ਜਾਓ, ਮੈਂ ਘਰ ਨਹੀਂ ਜਾ ਸਕਦਾ, ਹੁਣ ਮੇਰੇ ਲਈ ਬਹੁਤ ਮੁਸ਼ਕਲ ਹੋ ਜਾਵੇਗਾ। ਤੁਸੀਂ ਕਿੱਥੇ ਜਾਵੋਗੇ? ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਮੈਂ ਇਸ ਪਾਸੇ ਜਾਵਾਂਗਾ। ਉਧਰ ਟੋਬਾ ਸੀ, ਟੋਬੇ ਵਿੱਚ ਪਿੰਡ ਦੇ ਲੋਕਾਂ ਨੇ ਮਿੱਟੀ ਪੁੱਟੀ ਹੋਈ ਸੀ, ਟੋਏ ਪਏ ਹੋਏ ਸਨ, ਗਹਿਰਾਈ ਵਾਲੀ ਜਗ੍ਹਾ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨਾ ਚੋਰਾਂ ਤੋਂ ਡਰੇ, ਨਾ ਹਾਜੀਆਂ ਕਾਜੀਆਂ ਤੋਂ ਡਰੇ, ਨਾ ਜੰਗਮ ਸਰੇਵੜਿਆਂ ਤੋਂ ਡਰੇ, ਨਾ ਜੋਗੀਆਂ ਤੋਂ ਡਰੇ, ਨਾ ਰਾਜਿਆਂ ਤੋਂ ਡਰੇ, ਨਾ ਜ਼ਗੀਰਦਾਰਾਂ ਤੋਂ ਡਰੇ। ਉਹ ਅੱਜ ਡਰਦੇ ਪਏ ਨੇ ਆਪਣੇ ਪਿਤਾ ਜੀ ਦੇ ਕੋਲੋਂ ਕਿ ਮੈਂ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਕਰ ਦਿੱਤਾ, ਮੈਂ ਕਿਵੇਂ ਉਹਨਾਂ ਦੇ ਸਾਹਮਣੇ ਜਾਵਾਂ? ਉਸ ਟੋਬੇ ਵਿੱਚ ਜਿਹੜੀ ਮਿੱਟੀ ਪੁੱਟੀ ਹੋਈ ਹੈ, ਖੱਡਾ ਬਣਿਆ ਹੋਇਆ, ਉਸ ਖੱਡੇ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਲੁਕ ਜਾਂਦੇ ਨੇ ਜਾਂ ਉੱਥੇ ਬੈਠੇ ਹੋਏ ਨੇ। ਇੱਧਰੋਂ ਬਾਲੇ ਨੂੰ ਪੁੱਛਿਆ ਨਾਨਕ ਕਿੱਥੇ ਹੈ? ਜੀ ਉਹ ਤਾਂ ਬਾਹਰ ਉਸ ਟੋਬੇ ਦੇ ਕੋਲ ਬੈਠੇ ਹੋਏ ਨੇ, ਉੱਲੇ ਲੁਕ ਕੇ ਬੈਠੇ ਹੋਏ ਨੇ। ਮੇਰੇ ਪੈਸੇ ਕਿੱਥੇ ਹੈ? ਮੇਰਾ ਸਮਾਨ ਕਿੱਥੇ ਹੈ? ਕੀ ਮੁਨਾਫਾ ਕਮਾਇਆ? ਮਹਿਤਾ ਜੀ ਮੈਂ ਬੜਾ ਰੋਕਿਆ ਸੀ, ਪਰ ਉਹਨਾਂ ਨੇ ਮੇਰੀ ਇੱਕ ਨਾ ਮੰਨੀ। ਪਸ਼ੂ ਦੇ ਵਿੱਚ, ਪੱਥਰ ਦੇ ਵਿੱਚ, ਇਨਸਾਨ ਵਿੱਚ ਇਹੀ ਫਰਕ ਹੁੰਦਾ। ਕਿਸੇ ਨੂੰ ਦੇਖ ਕੇ ਤੁਹਾਡੇ ਮਨ ਦੇ ਜਜ਼ਬਾਤ ਨਾ ਰੋਣ, ਨਾ ਦੁੱਖ ਲੱਗੇ ਤਾਂ ਤੁਸੀਂ ਪੱਥਰ ਹੋ। ਕਿਸੇ ਦੇ ਦੁੱਖ ਨੂੰ ਦੇਖ ਕੇ ਅਗਰ ਤੁਹਾਡੇ ਅੰਦਰਲਾ ਵੀ ਰੋਣਾ ਸ਼ੁਰੂ ਕਰ ਦੇਵੇ ਤਾਂ ਤੁਸੀਂ ਇਨਸਾਨ ਹੋ। ਸਰੀਰ ਦਾ ਚੱਲਣਾ, ਸਵਾਸਾਂ ਦਾ ਚੱਲਣਾ, ਇਹ ਇਨਸਾਨ ਨਹੀਂ ਹੁੰਦਾ। ਬੜੇ ਧਿਆਨ ਨਾਲ ਸੁਣਨਾ। ਇਹ ਜਿਹੜਾ ਹੈ ਮੂੰਗੇ ਦੀਆਂ ਚਟਾਨਾਂ ਸਮੁੰਦਰ 'ਚ ਹੁੰਦੀਆਂ ਨੇ, ਇੱਕ ਜਗ੍ਹਾ ਤੇ ਹੈ, ਉਹ ਪੱਥਰ ਵੀ ਹੈ ਔਰ ਜੀਭ ਵੀ ਹੈ, ਉਹ ਸਵਾਸ ਵੀ ਲੈਂਦੇ ਨੇ, ਪਰ ਉਹਨਾਂ ਦਾ ਕੀ ਕਰੋਗੇ ਤੁਸੀਂ? ਧਿਆਨ ਦੇਣਾ। 32 ਦਿਮਾਗ ਲੀਚ ਜੋਕ, 32 ਦਿਮਾਗ ਹੁੰਦੇ ਨੇ ਜੋਕ ਦੇ ਅੰਦਰ, ਪਰ ਸਭ ਤੋਂ ਜ਼ਿਆਦਾ ਲਹੂ ਉਹੀ ਪੀਂਦੀ ਹੈ। ਅੱਜ ਜਿਨ੍ਹਾਂ ਕੋਲ ਜ਼ਿਆਦਾ ਦਿਮਾਗ ਹੈ ਉਹ ਲੋਕਾਂ ਦਾ ਲਹੂ ਪੀਂਦੇ ਨੇ, ਲੋਕਾਂ ਦਾ ਭਲਾ ਨਹੀਂ ਕਰਦੇ। ਆਖੋ ਸਤਨਾਮ ਸ੍ਰੀ। ਗੁਰੂ ਨਾਨਕ ਸੱਚੇ ਪਾਤਸ਼ਾਹ ਮੇਰੇ ਕਿਰਪਾਲੂ ਦਾਤਾ ਜੀ ਜਿਹੜੇ ਨੇ, ਉਸ ਵੇਲੇ ਜਦੋਂ ਉਸ ਟੋਬੇ ਦੇ ਵਿੱਚ ਛੁਪੇ ਹੋਏ ਨੇ ਤੇ ਮਹਿਤਾ ਜੀ ਨੇ ਪੁੱਛਿਆ ਕਿੱਥੇ ਹੈ? ਨਾਨਕ ਜੀ ਉਹ ਤਾਂ ਛੁਪੇ ਹੋਏ ਨੇ। ਕਹਿੰਦੇ ਉਹਦੀ ਖਬਰ ਮੈਂ ਲੈਂਦਾ ਹਾਂ ਜਾ ਕੇ। ਮੇਰੀ ਸਾਰੀ ਪੂੰਜੀ ਲੁਟਾ ਦਿੱਤੀ। ਔਰ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਪਿਤਾ ਜੀ ਵੀ ਆਪਣੀ ਜਗ੍ਹਾ ਤੇ ਸਹੀ ਸਨ। ਕੌਣ ਹੈ ਜੋ ਕਿਸੇ ਦੇ ਲਈ ਲੁਟਾਉਂਦਾ ਹੈ? ਕੌਣ ਹੈ ਜੋ ਆਪਣਾ ਘਰ
ਸਾੜ ਕੇ ਕਿਸੇ ਦੂਜੇ ਦਾ ਘਰ ਭਰਦਾ ਹੈ, ਕੌਣ ਹੈ ਜੀ? ਧਿਆਨ ਦੇਣਾ। ਆ ਹੁਣ ਸੰਟੀ ਭਾਜੀ ਉਹਨਾਂ ਦਾ ਇੰਟਰਵਿਊ ਆ ਰਿਹਾ ਨਾ ਦਿੱਲੀ ਵਾਲੇ, ਕੋਵਿਡ ਦੇ ਚੱਕਰ ਵਿੱਚ ਲੋਕਾਂ ਨੇ ਆਪਣਿਆਂ ਨੂੰ ਪਛਾਣਨਾ ਭੁੱਲ ਗਏ ਸੀ, ਡੈੱਡ ਬੋਡੀ ਛੱਡ ਕੇ ਭੱਜ ਜਾਂਦੇ ਸੀ ਲੋਕੀ। ਡੈੱਡ ਬੋਡੀ ਕਹਿੰਦੇ ਸੀ ਦਿਖਾਓ, ਜਦੋਂ ਦੇਖਦੇ ਸੀ ਕੜਾ ਲਾ ਕੇ ਲੈ ਜਾਂਦੇ ਸੀ ਸੋਨੇ ਦਾ, ਬਾਕੀ ਕਹਿੰਦੇ ਤੁਸੀਂ ਲੈ ਜਾਓ। ਜਿਨ੍ਹਾਂ ਦੇ ਸੱਕੇ ਸੀ ਉਹ ਲੋਕੀ ਆਪਣਿਆਂ ਨੂੰ ਨਹੀਂ ਦੇਖਣਾ ਚਾਹੁੰਦੇ ਸੀ, ਜਿਨ੍ਹਾਂ ਦੀ ਕੋਈ ਦੇਖਿਆ ਨਹੀਂ, ਰਿਸ਼ਤੇਦਾਰੀ ਨਹੀਂ, ਉਹ ਸੰਟੀ ਵੀਰ ਜੀ ਹੋਣੀ ਉਹਨਾਂ ਦੀ ਲਾਸ਼ਾਂ ਨੂੰ ਦਫਨਾਉਂਦੇ ਸਨ। ਇਹ ਕਿੱਥੋਂ, ਇਹ ਸੇਵਾ ਦਾ ਭਾਵ ਕਿੱਥੋਂ ਪੈਦਾ ਹੋਇਆ? ਅੱਜ ਉਹਨਾਂ ਨੂੰ ਪਦਮ ਸ਼੍ਰੀ ਮਿਲਿਆ। ਇਹ ਭਾਵ ਕਿੱਥੋਂ ਪੈਦਾ ਹੋਇਆ? ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਉਹ ਪਾਵਨ ਬਾਣੀ, ਉਹ ਵਿਚਾਰ ਹੀ ਜਿਹੜੀ ਅੱਗੇ ਤੋਂ ਅੱਗੇ ਚੱਲਦੀ ਪਈ ਹੈ। ਨਹੀਂ ਤਾਂ ਸਾਡੇ ਅੰਦਰ ਚੀਜ਼ਾਂ ਨਹੀਂ ਆਉਣੀਆਂ ਸੀ। ਅਸੀਂ ਤਮਾਸ਼ਬੀਨ ਹੋ ਕੇ ਲੋਕਾਂ ਦੀ ਤਰ੍ਹਾਂ ਦੇਖਣਾ ਸੀ। ਖਿਆਲ ਕਰਨਾ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਉੱਤੇ ਗੁੱਸਾ ਕਰਕੇ ਮਹਿਤਾ ਕਾਲੂ ਜੀ ਆਏ, ਕਿੱਥੇ ਹੈ ਨਾਨਕ? ਤੇ ਬੜੇ ਗੁੱਸੇ ਦੇ ਨਾਲ ਜਦੋਂ ਘਰੋਂ ਤੁਰੇ, ਮਾਤ ਤ੍ਰਿਪਤਾ ਨੇ ਆਵਾਜ਼ ਦਿੱਤੀ, ਨਾਨਕੀ ਜੇ ਬਚਾ ਸਕਦੀ ਹੈ ਤਾਂ ਆਪਣੇ ਵੀਰੇ ਨੂੰ ਬਚਾ ਲਾ, ਅੱਜ ਉਹਦੀ ਖੈਰ ਕੋਈ ਨਹੀਂ ਹੈ। ਆਖੋ ਸਤਨਾਮ ਸ੍ਰੀ। ਕਿਉਂਕਿ ਬੇਬੇ ਨਾਨਕੀ ਜਿਹੜੇ ਸਨ, ਉਹਨਾਂ ਦੇ ਨਾਲ ਬਹੁਤ ਮਹਿਤਾ ਕਾਲੂ ਜੀ ਪਿਆਰ ਕਰਦੇ ਸਨ। ਇੱਕ ਕੁਦਰਤੀ ਗੱਲ ਹੁੰਦੀ ਹੈ, ਬਾਪ ਬੇਟੀ ਨਾਲ ਕਰਦਾ ਹੈ, ਮਾਂ ਪੁੱਤਰ ਦੇ ਨਾਲ ਜ਼ਿਆਦਾ ਪਿਆਰ ਕਰਦੀ ਹੈ। ਇਹ ਕੁਦਰਤੀ ਗੱਲ ਹੈ।